ਲੱਖਾਂ ਲੋਕਾਂ ਦੇ ਵਿਚਾਰ ਬਦਲ ਦੇਣ ਵਾਲੀ ਵਿਸ਼ਵ ਪ੍ਰਸਿੱਧ ਪੁਸਤਕ ਤੇ ਦੇਵ ਪੁਰਸ਼ ਹਾਰ ਗਏ ਦਾ ਪੇਸ਼ ਹੈ ਅੱਜ ਪਾਠ 20 ਭੂਤ। ਮਿਸਟਰ ਇਲੀਜ਼ਰ ਦੇ ਘਰ ਵਿੱਚ ਉਸ ਤੋਂ ਬਿਨਾਂ ਉਸ ਦੀ ਪਤਨੀ, ਉਸ ਦੀ ਮਾਂ, ਉਸ ਦੇ 4 ਬੱਚੇ, ਇੱਕ ਅਧੇੜ ਉਮਰ ਦੀ ਨੌਕਰਾਣੀ ਅਤੇ ਇੱਕ ਹੋਰ 13 ਸਾਲਾਂ ਦੀ ਨੌਕਰਾਣੀ ਵੀ ਰਹਿੰਦੇ ਹਨ। ਘਰ ਨੂੰ ਅਤੇ ਇਸ ਦੇ ਆਲੇ ਦੁਆਲੇ ਨੂੰ ਚੰਗੀ ਤਰ੍ਹਾਂ ਨਿਰੀਖਣ ਕਰ ਲੈਣ ਤੋਂ ਬਾਅਦ ਮੈਂ ਅਤੇ ਮੇਰੀ ਪਤਨੀ ਖਾਣੇ ਵਾਲੇ ਮੇਜ਼ 'ਤੇ ਨਾਲ ਬੈਠ ਗਏ। ਅਸੀਂ ਸਭ ਤੋਂ ਛੋਟੇ ਬੱਚਿਆਂ ਨੂੰ ਛੱਡ ਕੇ ਪਰਿਵਾਰ ਦੇ ਬਾਕੀ ਸਾਰੇ ਮੈਂਬਰਾਂ ਤੋਂ ਇਕੱਲੇ ਪੁੱਛ ਪੜਤਾਲ ਕੀਤੀ। ਮੇਰੀ ਪਤਨੀ ਨੇ ਸੰਖੇਪ ਨੋਟ ਲਿਖੇ। ਮੈਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਮੈਨੂੰ ਉਹ ਗੱਲ ਦੱਸੀ ਜਾਵੇ ਜਿਹੜੀ ਉਹਨਾਂ ਨੇ ਆਪਣੀਆਂ ਅੱਖਾਂ ਨਾਲ ਖੁਦ ਵੇਖੀ ਸੀ ਅਤੇ ਘਰ ਦੇ ਹੋਰ ਮੈਂਬਰਾਂ ਤੋਂ ਸੁਣੀ ਸੁਣਾਈ ਗੱਲ ਨਾ ਦੱਸੀ ਜਾਵੇ। ਇਸ ਪੜਤਾਲ ਦੌਰਾਨ ਇਹ ਭੇਦ ਖੁੱਲ੍ਹ ਗਿਆ ਕਿ ਮਿਸਟਰ ਇਲੀਜ਼ਰ ਦੀ ਪਤਨੀ ਆਪਣੇ ਸਭ ਤੋਂ ਛੋਟੇ ਬੱਚੇ ਨੂੰ ਜਨਮ ਦੇਣ ਲਈ ਲਗਭਗ 15 ਦਿਨਾਂ ਘਰੋਂ ਬਾਹਰ ਨਰਸਿੰਗ ਹੋਮ ਹਸਪਤਾਲ ਵਿੱਚ ਦਾਖਲ ਰਹੀ ਸੀ। ਘਰ ਵਿੱਚ ਪੱਥਰ ਉਸ ਦੇ ਸਮੇਂ ਵੀ ਡਿੱਗਦੇ ਰਹੇ ਜਦੋਂ ਉਹ ਘਰ ਨਹੀਂ ਸੀ। ਉਹ ਹਸਪਤਾਲ ਵਿੱਚੋਂ 2-3 ਦਿਨ ਪਹਿਲਾਂ ਹੀ ਘਰ ਆਈ ਸੀ। ਪੜਤਾਲ ਕਰਦੇ ਸਮੇਂ ਮੈਂ ਹਰ ਮੈਂਬਰ ਦੀ ਚਾਲ ਢਾਲ ਨੂੰ ਬਹੁਤ ਹੀ ਧਿਆਨ ਨਾਲ ਵੇਖਿਆ। ਭੂਤ ਕੀ ਹੈ? ਜਦੋਂ ਸਾਰੀ ਪੁੱਛ ਪੜਤਾਲ ਖਤਮ ਹੋ ਗਈ ਤਾਂ ਮੈਂ ਘਰ ਦੇ ਸਾਰੇ ਜੀਆਂ ਨੂੰ ਬੈਠਕ ਵਿੱਚ ਬੁਲਾ ਲਿਆ। ਮੈਂ ਮਿਸਟਰ ਇਲੀਜ਼ਰ ਨੂੰ ਆਖਿਆ, ਕਿਉਂਕਿ ਤੁਸੀਂ ਸਾਰੇ ਪੜ੍ਹੇ ਲਿਖੇ ਹੋ ਅਤੇ ਚੰਗੀ ਤਰ੍ਹਾਂ ਸੋਚ ਸਮਝ ਸਕਦੇ ਹੋ, ਇਸ ਕਰਕੇ ਮੈਂ ਜੋ ਕੁਝ ਸਮਝ ਸਕਿਆ ਹਾਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਹਾਂ। ਸਾਰੇ ਉਪਲਬਧ ਸਬੂਤਾਂ ਨੂੰ ਵੇਖ ਕੇ ਇਹ ਮੰਨਣਾ ਪਵੇਗਾ ਕਿ ਘਰ ਵਿੱਚ ਕੋਈ ਪੱਥਰ ਅਤੇ ਪੈਸੇ ਸੁੱਟਦਾ ਸੀ। ਅਜਿਹਾ ਕੋਈ ਵੀ ਸਬੂਤ ਨਹੀਂ ਕਿ ਪੱਥਰ ਵਿਹੜੇ ਵਿੱਚੋਂ ਉੱਠ ਕੇ ਅਤੇ ਉੱਡ ਕੇ ਘਰ ਵਿੱਚ ਆਉਂਦੇ ਸਨ। ਅਜਿਹਾ ਵੀ ਕੋਈ ਸਬੂਤ ਨਹੀਂ ਕਿ ਵੱਡੇ ਪੱਥਰ ਛੋਟੀਆਂ ਮੋਰੀਆਂ ਵਿੱਚੋਂ ਦੀ ਆਉਂਦੇ ਸਨ। ਪਾਚਨ ਕਿਰਿਆ ਨਿਭਾਉਣ ਦੇ ਸਮਰਥ ਜਿਉਂਦੇ ਸਰੀਰਾਂ ਦੀ ਹੋਂਦ ਬਗੈਰ ਬਿਨਾਂ ਸਰੀਰ ਦੇ ਅਕੌਤੀ ਰੂਹਾਂ ਲਈ ਇਹ ਸੰਭਵ ਨਹੀਂ ਸੀ ਕਿ ਉਹ ਪੱਥਰ ਅਤੇ ਪੈਸੇ ਸੁੱਟਣ ਲਈ ਬਲ ਪੈਦਾ ਕਰ ਸਕਣ। ਇਸ ਤਰ੍ਹਾਂ ਦਿਮਾਗ ਅਤੇ ਸਹਿਯੋਗੀ ਪੱਠਿਆਂ ਅਤੇ ਤੰਤੂਆਂ ਦੀ ਹੋਂਦ ਬਗੈਰ ਰੂਹ ਵਾਸਤੇ ਸੁਚੇਤ ਕੰਮ ਕਰਨੇ ਸੰਭਵ ਨਹੀਂ। ਇੰਝ ਆਪਾਂ ਇਸ ਨਤੀਜੇ 'ਤੇ ਪਹੁੰਚਦੇ ਹਾਂ ਕਿ ਇਹਨਾਂ ਘਟਨਾਵਾਂ ਦੇ ਪਿੱਛੇ ਕਿਸੇ ਮਨੁੱਖ ਦਾ ਹੱਥ ਹੈ। ਉਹ ਪਰਿਵਾਰ ਦਾ ਦੁਸ਼ਮਣ ਵੀ ਨਹੀਂ ਹੋ ਸਕਦਾ, ਕਿਉਂਕਿ ਦੁਸ਼ਮਣ ਦੇ ਘਰ ਪੈਸੇ ਸੁੱਟਣਾ ਸੁਭਾਵਿਕ ਗੱਲ ਨਹੀਂ। ਰਾਤ ਨੂੰ 11 ਵਜੇ ਤੋਂ ਸਵੇਰੇ 7 ਵਜੇ ਤੱਕ ਪੱਥਰ ਆਦਿ ਦਾ ਨਾ ਡਿੱਗਣਾ ਇਹ ਜ਼ਾਹਰ ਕਰਦਾ ਹੈ ਕਿ ਪੱਥਰ ਮਾਰਨ ਵਾਲਾ ਇਸ ਸਮੇਂ ਸੌਂਦਾ ਹੈ। ਮੈਂ ਰੂਹਾਂ ਬਾਰੇ 11 ਵਜੇ ਰਾਤ ਤੋਂ ਸਵੇਰੇ 7 ਵਜੇ ਤੱਕ ਆਰਾਮ ਕਰਨ ਸੰਬੰਧੀ ਕਦੇ ਨਹੀਂ ਸੁਣਿਆ, ਕਿਉਂਕਿ ਪੱਥਰ ਉਸ ਸਮੇਂ ਵੀ ਡਿੱਗਦੇ ਰਹੇ ਹਨ ਜਦੋਂ ਘਰ ਦੇ ਸਾਰੇ ਬੂਹੇ ਅਤੇ ਬਾਰੀਆਂ ਬੰਦ ਹੁੰਦੇ ਸਨ। ਇਸ ਸਮੇਂ 'ਤੇ ਮੈਂ ਇਹ ਸਮਝਦਾ ਹਾਂ ਕਿ ਇਹ ਕੰਮ ਘਰ ਦੇ ਅੰਦਰੋਂ ਹੀ ਕੋਈ ਕਰਦਾ ਹੈ, ਜਿਸ ਨੂੰ ਜਰਮਨ ਭਾਸ਼ਾ ਵਿੱਚ ਭੂਤ ਜਾਂ ਦਿਮਾਗੀ ਤੌਰ 'ਤੇ ਪਰੇਸ਼ਾਨ ਆਖਿਆ ਜਾ ਸਕਦਾ ਹੈ। ਭੂਤਾਂ ਸੰਬੰਧੀ ਭੂਤਾਂ ਵਾਲਾ ਵਰਤਾਰਾ ਇਕੱਲੇ ਇਸ ਮੁਲਕ ਦਾ ਹੀ ਖਾਸਾ ਨਹੀਂ, ਸਾਰੇ ਸੰਸਾਰ ਵਿੱਚ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ ਅਤੇ ਇਹ ਇੱਕ ਆਮ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਕੋਈ ਭੂਤ ਕੋਈ ਭੇਦ ਭਰੀ ਰੂਹ ਹੁੰਦੀ ਹੈ। ਪਰੰਤੂ ਮੈਂ ਤੁਹਾਨੂੰ ਦੱਸਦਾ ਹਾਂ ਕਿ ਇਹ ਨਾ ਤਾਂ ਗੁੱਝੀ ਹੀ ਰਹਿੰਦੀ ਹੈ ਤੇ ਨਾ ਹੀ ਰੂਹਾਨੀ। ਅਜਿਹੇ ਗਲਤ ਵਿਸ਼ਵਾਸ ਸਿਰਫ ਵਿਗਿਆਨਕ ਪੜਤਾਲ ਦੀ ਅਣਹੋਂਦ ਕਾਰਨ ਹੀ ਪੈਦਾ ਹੁੰਦੇ ਹਨ। ਜੇ ਪੜਤਾਲ ਕਰਨ ਵਾਲੇ ਦਾ ਵਿਸ਼ਵਾਸ ਭੇਦ ਭਰੀਆਂ ਰੂਹਾਂ ਸ਼ਕਤੀਆਂ ਵਿੱਚ ਹੈ ਤਾਂ ਇਹ ਕੁਦਰਤੀ ਗੱਲ ਹੈ ਕਿ ਉਹ ਸਾਰੀਆਂ ਵਿਆਖਿਆ ਰਹਿਤ ਘਟਨਾਵਾਂ ਨੂੰ ਅਜਿਹੀਆਂ ਰੂਹਾਂ ਨਾਲ ਜੋੜ ਦੇਵੇਗਾ। ਕਿਉਂਕਿ ਮੈਂ ਇਸ ਆਧਾਰ ਤੋਂ ਸ਼ੁਰੂ ਕਰਦਾ ਹਾਂ ਕਿ ਕੋਈ ਭੂਤ ਮਾੜੇ ਚੰਗੇ ਜਾਂ ਪਵਿੱਤਰ ਹੁੰਦੇ ਹੀ ਨਹੀਂ, ਇਸ ਲਈ ਸਮੁੱਚੀ ਪੜਤਾਲ ਦੌਰਾਨ ਮੇਰਾ ਸਾਰਾ ਧਿਆਨ ਕਿਸੇ ਅਜਿਹੇ ਮਨੁੱਖ ਨੂੰ ਭਾਲਣ 'ਤੇ ਕੇਂਦਰਿਤ ਰਿਹਾ ਹੈ ਜਿਹੜਾ ਇਹਨਾਂ ਸਭ ਘਟਨਾਵਾਂ ਲਈ ਜ਼ਿੰਮੇਵਾਰ ਹੁੰਦਾ ਹੈ, ਅਤੇ ਮੈਂ ਅੱਜ ਤੱਕ ਸੰਬੰਧਿਤ ਵਿਅਕਤੀ ਨੂੰ ਲੱਭਣ ਵਿੱਚ ਕਦੇ ਨਾਕਾਮਯਾਬ ਨਹੀਂ ਹੋਇਆ। ਆਮ ਤੌਰ 'ਤੇ ਅਜਿਹੇ ਮੌਕਿਆਂ 'ਤੇ ਜਿਹੜੇ ਪੁੱਛ ਦੇਣ ਵਾਲੇ ਬੁਲਾਏ ਜਾਂਦੇ ਹਨ ਅਕਸਰ ਇਸ ਵਿਸ਼ਵਾਸ ਨੂੰ ਹੋਰ ਵੀ ਪੱਕਾ ਕਰ ਦਿੰਦੇ ਹਨ ਕਿ ਭੂਤ ਜਾਂ ਰੂਹਾਂ ਹੁੰਦੇ ਹਨ। ਭੂਤ ਅਸਾਧਾਰਨ ਵਿਅਕਤੀ ਹੀ ਹੁੰਦੇ ਹਨ। ਇੱਕ ਭੂਤ ਸਿਵਾਏ ਦਿਮਾਗੀ ਤੌਰ 'ਤੇ ਬਿਮਾਰ ਵਿਅਕਤੀ ਦੇ ਹੋਰ ਕੁਝ ਨਹੀਂ ਹੁੰਦਾ। ਅਜਿਹੀ ਦਿਮਾਗੀ ਅਸਾਧਾਰਨਤਾ ਕਿਸੇ ਕਿਸਮ ਦੀ ਮਾਇੂਸੀ ਕਰਕੇ ਹੁੰਦੀ ਹੈ। ਅਕਸਰ ਇਹ ਲੜਕਪਨ ਦੀ ਉਮਰ ਵਿੱਚ ਬੱਚਿਆਂ ਨੂੰ ਹੋ ਜਾਂਦੀ ਹੈ। ਪਰੰਤੂ ਮੈਨੇ ਇੱਕ ਅਜਿਹੇ ਮਾਮਲੇ ਦਾ ਵੀ ਪਤਾ ਕੀਤਾ ਹੈ ਜਿਸ ਵਿੱਚ ਇਸ ਤਰ੍ਹਾਂ ਦੀ ਦਿਮਾਗੀ ਅਸਾਧਾਰਨਤਾ 2 ਬੱਚਿਆਂ ਦੀ ਮਾਂ ਬਾਲਗ ਔਰਤ ਨੂੰ ਹੋ ਗਈ ਸੀ। ਕਿਉਂਕਿ ਅਜਿਹੇ ਅਸਾਧਾਰਨ ਵਿਅਕਤੀ ਇਹ ਸਭ ਸ਼ਰਾਰਤਾਂ ਨੀਮ ਬੇਹੋਸ਼ੀ ਦੀ ਹਾਲਤ ਵਿੱਚ ਕਰਦੇ ਹਨ। ਆਮ ਹਾਲਤ ਵਿੱਚ ਤਾਂ ਉਹ ਇਹ ਦੱਸਣ ਦੇ ਯੋਗ ਨਹੀਂ ਹੁੰਦੇ ਜਿਹੜਾ ਕੁਝ ਉਹਨਾਂ ਨੇ ਪਾਗਲਪਨ ਦੌਰਾਨ ਕੀਤਾ ਹੁੰਦਾ ਹੈ। ਉਹ ਇਹ ਸਭ ਕੁਝ ਭੁੱਲ ਜਾਂਦੇ ਹਨ। ਭਿੰਨ
ਸੁਝਾਵਾਂ ਦੀ ਮਦਦ ਨਾਲ ਜੋ ਕੁਝ ਉਹਨਾਂ ਨੇ ਪਾਗਲਪਨ ਦੌਰਾਨ ਕੀਤਾ ਹੁੰਦਾ ਹੈ ਮਨਾਇਆ ਜਾ ਸਕਦਾ ਹੈ। ਇਹ ਸ਼ਰਾਰਤੀ ਕੰਮ ਅਸਾਧਾਰਨ ਵਿਅਕਤੀ ਦੁਆਰਾ ਇਸ ਧਿਆਨ ਨਾਲ ਕੀਤੇ ਜਾਂਦੇ ਹਨ ਕਿ ਕੋਈ ਹੋਰ ਵੇਖ ਨਾ ਲਵੇ। ਜੇ ਅਜਿਹਾ ਅਸਾਧਾਰਨ ਵਿਅਕਤੀ ਭੂਤ ਮੌਕੇ 'ਤੇ ਹੀ ਸ਼ਰਾਰਤ ਕਰਦਾ ਫੜ ਲਿਆ ਜਾਵੇ ਤਾਂ ਉਦੋਂ ਤੋਂ ਹੀ ਮੁਸ਼ਕਲ ਹੱਲ ਹੋ ਜਾਵੇਗੀ। ਮੇਰਾ ਤਜਰਬਾ ਹੈ ਕਿ ਅਜਿਹੇ ਵਿਅਕਤੀ ਕਮਜ਼ੋਰ ਦਿਮਾਗ ਦੇ ਹੁੰਦੇ ਹਨ ਅਤੇ ਭਿੰਨ ਸੁਝਾਵਾਂ ਰਾਹੀਂ ਸਮੂਹਨ ਨੀਂਦ ਦੇ ਅਸਰ ਹੇਠ ਲਿਆਂਦੇ ਜਾ ਸਕਦੇ ਹਨ। ਉਸ ਹਾਲਤ ਵਿੱਚ ਕੀਤੇ ਗਏ ਵਾਅਦੇ ਅਕਸਰ ਕਦੇ ਵੀ ਨਹੀਂ ਟੁੱਟਦੇ। ਇਸ ਘਰ ਵਿੱਚ ਤੁਹਾਡੀ ਪਤਨੀ ਅਤੇ 2 ਛੋਟੇ ਬੱਚਿਆਂ ਨੂੰ ਛੱਡ ਕੇ ਤੁਹਾਡੇ ਵਿੱਚੋਂ ਕੋਈ ਵੀ ਭੂਤ ਹੋ ਸਕਦਾ ਹੈ। ਮੈਂ ਤੁਹਾਡੀ ਪਤਨੀ ਨੂੰ ਇਸ ਕਰਕੇ ਛੱਡ ਰਿਹਾ ਹਾਂ ਕਿਉਂਕਿ ਪੱਥਰ ਉਸ ਸਮੇਂ ਵੀ ਵੱਜਦੇ ਰਹੇ ਸਨ ਜਦੋਂ ਉਹ ਘਰੋਂ ਬਾਹਰ ਹਸਪਤਾਲ ਵਿੱਚ ਦਾਖਲ ਸੀ। ਮੈਂ ਪੜਤਾਲ ਸਮੇਂ ਆਮ ਤੌਰ 'ਤੇ ਭੂਤ ਦਾ ਨਾਂ ਨਹੀਂ ਦੱਸਿਆ ਕਰਦਾ ਤਾਂ ਕਿ ਉਹ ਬੇਚਾਰਾ ਦੂਜਿਆਂ ਦੀ ਨਫ਼ਰਤ ਦਾ ਸ਼ਿਕਾਰ ਨਾ ਹੋ ਜਾਵੇ ਅਤੇ ਇੰਝ ਉਸ ਦੀ ਦਿਮਾਗੀ ਹਾਲਤ ਹੋਰ ਖਰਾਬ ਨਾ ਹੋ ਜਾਵੇ। ਕਿਉਂਕਿ ਮੈਂ ਉਸ ਨੂੰ ਇੱਕ ਸਮਝਦਾਰ ਬੰਦਾ ਸਮਝਦਾ ਹਾਂ, ਇਸ ਕਰਕੇ ਇਸ ਘਰ ਵਿਚਲੇ ਭੂਤ ਦਾ ਨਾਮ ਮੈਂ ਤੁਹਾਨੂੰ ਦੱਸ ਦੇਵਾਂਗਾ। ਇਹ ਭੂਤ ਤੁਹਾਡੀ ਛੋਟੀ ਨੌਕਰਾਣੀ ਹੈ। ਤੁਹਾਨੂੰ ਮਾਨਸਿਕ ਕਸ਼ਟ ਦੇਣ ਬਦਲੇ ਜਾਂ ਤੁਹਾਡਾ ਮਾਇਕ ਨੁਕਸਾਨ ਕਰਾਉਣ ਕਾਰਨ ਉਸ ਨੂੰ ਕੋਈ ਸਜ਼ਾ ਨਾ ਦਿੱਤੀ ਜਾਵੇ ਅਤੇ ਨਾ ਹੀ ਝਿੜਕਿਆ ਜਾਵੇ ਅਤੇ ਤਾੜਿਆ ਜਾਵੇ। ਉਹ ਇਹ ਸਭ ਕੁਝ ਤੁਹਾਡੇ ਪ੍ਰਤੀ ਕਿਸੇ ਨਫ਼ਰਤ ਭਰੀ ਭਾਵਨਾ ਕਰਕੇ ਨਹੀਂ ਸੀ ਕਰਿਆ ਕਰਦੀ। ਇਹ ਸਭ ਕੁਝ ਉਸਨੇ ਸੁਚੇਤ ਤੌਰ 'ਤੇ ਨਹੀਂ ਸੀ ਕੀਤਾ। ਉਸ ਨਾਲ ਦਿਆਲਤਾ ਅਤੇ ਹਮਦਰਦੀ ਭਰਿਆ ਸਲੂਕ ਕਰਨ ਦੀ ਲੋੜ ਹੈ। ਇਸ ਦਾ ਵਿਰੋਧ ਕੀਤਾ ਗਿਆ। ਜਦੋਂ ਮੈਂ 13 ਸਾਲਾਂ ਦੀ ਕੁੜੀ ਨੂੰ ਭੂਤ ਆਖਿਆ ਤਾਂ ਮਿਸਟਰ ਇਲੀਜ਼ਰ ਦੀ ਮਾਂ ਨੇ ਉਸ ਦਾ ਪੁਰਜ਼ੋਰ ਵਿਰੋਧ ਕੀਤਾ। ਉਸਨੇ ਸਾਨੂੰ ਯਕੀਨ ਦਿਲਾਇਆ ਕਿ ਕਈ ਵਾਰੀ ਜਦੋਂ ਇਹ ਕੁੜੀ ਘਰੇ ਉਸਦੇ ਕੋਲ ਹੁੰਦੀ ਸੀ ਤਾਂ ਵੀ ਪੱਥਰ ਵੱਜਦੇ ਸਨ। ਅੱਜ ਵੀ ਦੁਪਹਿਰੇ ਜਦੋਂ ਪੱਥਰ ਡਿੱਗੇ ਤਾਂ ਇਹੋ ਕੁੜੀ ਨੇ ਸ਼ੋਰ ਮਚਾਇਆ, ਇਲੀਜ਼ਰ ਦੀ ਮਾਂ ਨੇ ਆਖਿਆ। ਮੈਂ ਉਸ ਨੂੰ ਦੱਸਿਆ, ਤੁਸੀਂ ਆਪਣੇ ਟੱਬਰ ਦੇ ਹਰ ਜੀਅ ਨੂੰ ਕੁਝ ਦਿਨ ਅਲੱਗ-ਅਲੱਗ ਕਰਕੇ ਭੂਤ ਦੀ ਪਛਾਣ ਖੁਦ ਵੀ ਕਰ ਸਕਦੇ ਹੋ। ਇਹ ਤੁਸੀਂ ਵੀ ਕਰ ਸਕਦੇ ਹੋ। ਮਿਸਟਰ ਇਲੀਜ਼ਰ ਵੀ ਹੋ ਸਕਦਾ ਹੈ, ਪਰ ਮੈਂ ਤੁਹਾਨੂੰ ਇਸ ਬਾਰੇ ਕੋਈ ਸ਼ੱਕ ਨਹੀਂ ਕਿ ਅਸਲੀ ਭੂਤ ਇਹ ਕੁੜੀ ਹੀ ਹੈ। ਹੁਣ ਇਲੀਜ਼ਰ ਨੇ ਆਖਿਆ ਕਿ ਅਗਲੇ ਦਿਨ ਉਹ ਕੁੜੀ ਨੂੰ ਆਪਣੇ ਭਰਾ ਦੇ ਘਰ ਭੇਜ ਦੇਵੇਗਾ ਅਤੇ ਕੁਝ ਦਿਨ ਉਸ ਨੂੰ ਉੱਥੇ ਰੱਖੇਗਾ। ਇਸ ਦਾ ਕੀ ਸਿੱਟਾ ਨਿਕਲਦਾ ਵੇਖਿਆ ਜਾਵੇਗਾ। 9 ਵਜੇ ਸ਼ਾਮੀ ਜਦੋਂ ਅਸੀਂ ਆਪਣੀ ਕਾਰ ਵਿੱਚ ਵਿਦਾ ਹੋਣ ਲਈ ਬੈਠੇ ਅਤੇ ਮੈਂ ਕਾਰ ਸਟਾਰਟ ਕਰਨ ਵਾਲਾ ਹੀ ਸਾਂ ਤਾਂ ਮੇਰੀ ਪਤਨੀ ਨੇ ਮੈਨੂੰ ਦੱਸਿਆ, ਮੈਨੂੰ ਇੰਝ ਲੱਗਦਾ ਹੈ ਕਿ ਲੋਕ ਅਜੇ ਪੂਰੀ ਤਰ੍ਹਾਂ ਨਹੀਂ ਮੰਨੇ। ਇਹ ਹੋ ਸਕਦਾ ਹੈ ਕਿ ਲੜਕੀ ਨੂੰ ਅਲੱਗ ਕਰਕੇ ਪਰਖ ਕਰਨ ਦੀ ਤਕਲੀਫ ਵੀ ਨਾ ਕਰਨ। ਮੈਂ ਥੋੜ੍ਹਾ ਜਿਹਾ ਸੋਚਿਆ, ਕਾਰ ਵਿੱਚੋਂ ਬਾਹਰ ਨਿਕਲਿਆ ਅਤੇ ਮਿਸਟਰ ਇਲੀਜ਼ਰ ਨੂੰ ਵਿਹੜੇ ਵਿੱਚ 2 ਕੁਰਸੀਆਂ ਡਾਹਣ ਲਈ ਬੇਨਤੀ ਕੀਤੀ। ਅਸੀਂ ਮੂੰਹ ਹਨੇਰੇ ਜਿਹੇ ਵਿੱਚ ਵਿਹੜੇ ਵਿੱਚ ਬੈਠ ਗਏ ਅਤੇ ਮਿਸਟਰ ਇਲੀਜ਼ਰ ਨੂੰ ਕੁੜੀ ਨੂੰ ਸਾਡੇ ਕੋਲ ਬੁਲਾਉਣ ਲਈ ਆਖਿਆ। ਮੈਂ ਧਰਤੀ 'ਤੇ ਉਂਗਲ ਨਾਲ ਇੱਕ ਚੱਕਰ ਖਿੱਚਿਆ ਅਤੇ ਕੁੜੀ ਨੂੰ ਬਿਨਾਂ ਹਰਕਤ ਕਰਨ ਦੇ ਉਸ ਵਿੱਚ ਖੜੀ ਹੋਣ ਲਈ ਆਖਿਆ। ਮੇਰੇ ਵੱਲ ਕੁਝ ਮਿੰਟਾਂ ਲਈ ਵੱਖ-ਵੱਖ ਸੁਝਾਅ ਦੇਣ ਨਾਲ ਕੁੜੀ ਅਰਧ ਸਮੋਹਕ ਨੀਂਦ ਦੀ ਅਵਸਥਾ ਵਿੱਚ ਆ ਗਈ ਅਤੇ ਜੋ ਕੁਝ ਉਸਨੇ ਕੀਤਾ ਸੀ ਦੱਸਣਾ ਸ਼ੁਰੂ ਕੀਤਾ। ਉਸਨੇ ਇਹ ਕਬੂਲ ਕੀਤਾ ਕਿ ਘਰ ਵਿੱਚ ਜੋ ਕੁਝ ਵੀ ਵਾਪਰਦਾ ਸੀ ਉਹ ਉਸ ਲਈ ਜ਼ਿੰਮੇਵਾਰ ਸੀ। ਉਸਨੇ ਘਰ ਵਿੱਚ ਸੁੱਟਣ ਲਈ ਪੈਸੇ ਉਹ ਕਿਵੇਂ ਚੀਜ਼ਾਂ ਲਿਆਉਣ ਲਈ ਦਿੱਤੇ ਪੈਸਿਆਂ ਵਿੱਚੋਂ ਰੱਖ ਲਿਆ ਕਰਦੀ ਸੀ। ਉਸਨੇ ਇਹ ਵੀ ਦੱਸਿਆ ਕਿ ਕਿਵੇਂ ਉਹ ਦਿਨ ਵਿੱਚ ਬਲਗਮ ਵਿੱਚੋਂ ਪੱਥਰ ਇਕੱਠੇ ਕਰਕੇ ਰਸੋਈ ਵਿੱਚ ਬਾਲਣ ਹੇਠ ਲੁਕੋਏ ਹੋਏ ਡੱਬੇ ਵਿੱਚ ਰੱਖਿਆ ਕਰਦੀ ਸੀ। ਇੱਕ ਦਿਨ ਜਦੋਂ ਘਰ ਦੇ ਸਾਰੇ ਜੀਅ ਨਵੇਂ ਬੱਚੇ ਨੂੰ ਦੇਖਣ ਹਸਪਤਾਲ ਗਏ ਹੋਏ ਸਨ, ਉਸਨੇ ਅਲਸੇਸ਼ਨ ਕੁੱਤੇ ਦੀ ਲੱਤ 'ਤੇ ਝਾੜੂ ਦਾ ਹੱਥਾ ਜ਼ੋਰ ਨਾਲ ਮਾਰਿਆ ਸੀ। ਉਸ ਦਿਨ ਤੋਂ ਕੁੱਤਾ ਲੰਗੜਾ ਕੇ ਤੁਰਦਾ ਸੀ। ਮੈਂ ਕੁੜੀ ਤੋਂ ਇਹ ਭਰੋਸਾ ਲਿਆ ਕਿ ਭਵਿੱਖ ਵਿੱਚ ਉਹ ਅਜਿਹੇ ਸ਼ਰਾਰਤੀ ਕਾਰੇ ਨਹੀਂ ਕਰੇਗੀ। ਇਸ ਭਰੋਸੇ ਬਦਲੇ ਮੈਂ ਉਸ ਨਾਲ ਵਾਅਦਾ ਕੀਤਾ ਕਿ ਜੋ ਕੁਝ ਉਸਨੇ ਪਿੱਛੇ ਕੀਤਾ ਸੀ ਉਸ ਨੂੰ ਸਜ਼ਾ ਨਹੀਂ ਦਿੱਤੀ ਜਾਵੇਗੀ। ਅਸੀਂ ਘਰ ਵਾਪਸ ਆ ਗਏ ਅਤੇ ਮਿਸਟਰ ਇਲੀਜ਼ਰ ਅਤੇ ਟੱਬਰ ਦੂਜੇ ਜੀਆਂ ਨੂੰ ਸਭ ਕੁਝ ਦੱਸਿਆ। ਉਹ ਜਾਣਨ ਲਈ ਬਹੁਤ ਚਿੰਤਤ ਸਨ। ਮੈਂ ਅੰਦਾਜ਼ਾ ਲਾਇਆ ਕਿ ਤੁਸੀਂ ਸਾਰੇ ਮੇਰੀ ਪੜਤਾਲ ਬਾਰੇ ਸ਼ੱਕੀ ਹੋ। ਆਪਣੀ ਇੱਛਾ ਅਤੇ ਆਮ ਵਰਤਾਰੇ ਦੇ ਖਿਲਾਫ ਮੈਂ ਇਹ ਫੈਸਲਾ ਕੀਤਾ ਕਿ ਲੜਕੀ ਨੂੰ ਸਾਰਾ ਕੁਝ ਮਨਵਾਇਆ ਜਾਵੇ। ਹੁਣ ਉਸਨੇ ਮੇਰੇ ਸਾਹਮਣੇ ਸਾਰਾ ਕੁਝ ਮੰਨ ਲਿਆ ਹੈ। ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ ਉਸ ਨੂੰ ਇਸ ਬਾਰੇ ਕੁਝ ਵੀ ਨਾ ਪੁੱਛਣਾ ਅਤੇ ਨਾ ਹੀ ਸ਼ੱਕ ਕਰਨਾ। ਜੇ ਉਸ ਨੂੰ ਨਰਮੀ ਨਾਲ ਨਾ ਸਮਝਾਇਆ ਤਾਂ ਕੁੜੀ ਦੇ ਹਿਸਟੀਰੀਆ ਦਾ ਰੋਗੀ ਬਣ ਜਾਣ ਦੀ ਪੂਰੀ ਸੰਭਾਵਨਾ ਹੈ। ਸ਼ੱਕ ਕਰਨ ਵਾਲੀ ਮਾਂ ਸਮੇਤ ਸਾਰਿਆਂ ਦੇ ਚਿਹਰੇ ਸੁੱਖ ਦੇ ਸਾਹ ਦੇ ਭਾਵਾਂ ਨਾਲ ਚਮਕ ਉੱਠੇ।
ਸਭ ਤੋਂ ਵੱਡੇ ਬੱਚੇ ਨੂੰ ਇਹ ਆਖਦੇ ਸੁਣਿਆ ਗਿਆ, ਹੁਣ ਇੱਥੇ ਅਜਿਹਾ ਕੁਝ ਨਹੀਂ ਜਿਹੜਾ ਸਾਨੂੰ ਖੁਸ਼ੀ-ਖੁਸ਼ੀ ਕ੍ਰਿਸਮਸ ਜਾਣ ਤੋਂ ਰੋਕੇ। ਲੜਕੀ ਇਲੀਜ਼ਰ ਦੇ ਘਰੇ ਹੋਰ 2 ਸਾਲ ਬਿਨਾਂ ਕੋਈ ਵੀ ਮੁਸ਼ਕਲ ਖੜੇ ਕੀਤੇ ਨੌਕਰੀ ਕਰਦੀ ਰਹੀ। For more contents related to rational thinking, subscribe our Tarkshil TV channel now. For instant updates of new videos, don't forget to press the bell icon.